ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਲੈ ਕੇ ਆਇਆ ਹਾਂ ਤੁਹਾਡੇ ਵਾਸਤੇ ਅੱਜ ਇੱਕ ਬਹੁਤ ਹੀ ਇੰਟਰਸਟਿੰਗ ਸਟੋਰੀ, ਚਮਤਕਾਰ ਨੂੰ ਨਮਸਕਾਰ। ਇਸ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਵਧੀਆ ਮੈਸੇਜ ਵੀ ਜ਼ਰੂਰ ਮਿਲੇਗਾ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਕਿਸੇ ਪਿੰਡ ਵਿੱਚ ਰਾਮ ਸਿੰਘ ਨਾਮ ਦਾ ਇੱਕ ਆਦਮੀ ਰਹਿੰਦਾ ਸੀ। ਰਾਮ ਸਿੰਘ ਦੇ ਮਾਤਾ ਪਿਤਾ ਦੀ ਬਹੁਤ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਗਰੀਬੀ ਵਿੱਚ ਬਹੁਤ ਮੁਸ਼ਕਲ ਨਾਲ ਉਸ ਦਾ ਬਚਪਨ ਗੁਜ਼ਰਿਆ ਸੀ। ਰਾਮ ਸਿੰਘ ਬਹੁਤ ਮਿਹਨਤੀ ਸੀ, ਪਰਮਾਤਮਾ ਦੀ ਰਜ਼ਾ ਵਿੱਚ ਚੱਲਣ ਵਾਲਾ ਸੀ ਤੇ ਪਰਮਾਤਮਾ ਨੂੰ ਸੱਚੇ ਦਿਲੋਂ ਮੰਨਣ ਵਾਲਾ ਸੀ। ਹੁਣ ਰਾਮ ਸਿੰਘ ਦੀ ਸ਼ਾਦੀ ਹੋ ਚੁੱਕੀ ਸੀ। ਉਸ ਦੀ ਪਤਨੀ ਦਾ ਨਾਮ ਸ਼ੀਲਾ ਸੀ। ਉਸ ਦੇ 4 ਬੱਚੇ ਸਨ। ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਰਾਮ ਸਿੰਘ ਦੀ ਗਰੀਬੀ ਦੀ ਜੰਜੀਰ ਕੱਟੀ ਨਹੀਂ ਜਾ ਰਹੀ ਸੀ। ਕਦੇ ਕਦੇ ਤਾਂ ਉਹ ਆਪਣੀ ਐਸੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦਾ ਸੀ, ਪਰ ਫਿਰ ਥੋੜ੍ਹੀ ਹਿੰਮਤ ਕਰਦਾ, ਪਰਮਾਤਮਾ ਦਾ ਨਾਮ ਲੈਂਦਾ, ਅਰਦਾਸ ਕਰਦਾ, ਫਿਰ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ। ਪ੍ਰਾਪਰਟੀ ਦੇ ਨਾਮ ਤੇ ਰਾਮ ਸਿੰਘ ਕੋਲ ਇੱਕ ਟੁੱਟਿਆ ਜਿਹਾ ਘਰ, ਛੋਟਾ ਜਿਹਾ ਖੇਤ ਤੇ ਇੱਕ ਮੱਝ ਸੀ। ਰਾਮ ਸਿੰਘ ਖੇਤਾਂ ਵਿੱਚ ਸਾਰੀ ਦਿਹਾੜੀ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਸੀ, ਇਸ ਆਸ ਤੇ ਕਿ ਪਰਮਾਤਮਾ ਕਦੇ ਤਾਂ ਉਸ ਦੀ ਅਰਦਾਸ ਸੁਣੇਗਾ, ਕਦੇ ਤਾਂ ਉਸ ਦੀ ਮਿਹਨਤ ਨੂੰ ਫਲ ਲਾਵੇਗਾ। ਰਾਮ ਸਿੰਘ ਦੀ ਪਤਨੀ ਤੇ ਉਸਨੇ ਰਲ ਕੇ ਫੈਮਿਲੀ ਪਲੈਨਿੰਗ ਕਰ ਲਈ ਸੀ, ਪਰ ਇਸ ਦੇ ਬਾਵਜੂਦ ਰਾਮ ਸਿੰਘ ਦੀ ਪਤਨੀ ਸ਼ੀਲਾ ਨਾ ਚਾਹੁੰਦਿਆਂ ਹੋਇਆਂ ਵੀ ਪ੍ਰੈਗਨੈਂਟ ਹੋ ਜਾਂਦੀ ਹੈ। ਰਾਮ ਸਿੰਘ ਤੇ ਉਸ ਦੀ ਪਤਨੀ ਨੇ ਬੱਚੇ ਨੂੰ ਗਿਰਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਭ ਕੁਝ ਬੇਕਾਰ ਰਿਹਾ, ਕਿਉਂਕਿ ਰਾਮ ਸਿੰਘ ਬਹੁਤ ਜ਼ਿਆਦਾ ਗਰੀਬ ਸੀ। ਇੰਨੀ ਗਰੀਬੀ ਨਾਲ ਘੁਲਦੇ ਘੁਲਦੇ ਉਹ ਆਪਣੇ ਘਰ ਦਾ ਖਰਚ ਬਹੁਤ ਮੁਸ਼ਕਲ ਨਾਲ ਚਲਾ ਰਿਹਾ ਸੀ। ਉਸ ਦੇ ਲਈ ਇਹ ਬੱਚਾ ਨਹੀਂ ਬਲਕਿ ਇੱਕ ਬੋਝ ਸੀ, ਜੋ ਥੋੜ੍ਹੇ ਚਿਰ ਬਾਅਦ ਉਸ ਦੇ ਮੋਢਿਆਂ ਤੇ ਹੀ ਪੈਣਾ ਸੀ। ਦਿਨ ਬੀਤਦੇ ਗਏ ਤੇ ਬੱਚੇ ਦੇ ਜਨਮ ਲੈਣ ਦਾ ਸਮਾਂ ਆ ਗਿਆ। ਸਰਦੀ ਦੀ ਉਹ ਰਾਤ ਸੀ। ਰਾਮ ਸਿੰਘ ਆਪਣੇ ਘਰ ਦੇ ਵਿਹੜੇ ਵਿੱਚ ਬੜੀ ਬੇਚੈਨੀ ਨਾਲ ਇੱਧਰ ਉੱਧਰ ਟਹਿਲ ਰਿਹਾ ਸੀ ਤੇ ਰਾਮ ਸਿੰਘ ਦੇ 4 ਬੱਚੇ ਕੰਬਲ ਵਿੱਚ ਪਏ ਠੰਡ ਤੋਂ ਬਚਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਸੀ। ਘਰ ਦੇ ਅੰਦਰ ਉਸ ਦੀ ਪ੍ਰੈਗਨੈਂਟ ਪਤਨੀ ਜੋ ਦਰਦ ਨਾਲ ਤੜਪ ਰਹੀ ਸੀ ਤੇ ਉਸ ਦੇ ਨਾਲ ਇੱਕ ਗੁਆਂਢਣ ਤੇ ਸ਼ਿੰਦੋ ਦਾਈ ਸੀ। ਰਾਮ ਸਿੰਘ ਦੇ ਮਨ ਵਿੱਚ ਆਉਣ ਵਾਲੇ ਮਹਿਮਾਨ ਦੇ ਪ੍ਰਤੀ ਕੋਈ ਵੀ ਖੁਸ਼ੀ ਨਹੀਂ ਸੀ। ਸੱਚ ਤਾਂ ਇਹ ਸੀ, ਉਹ ਅਣਚਾਹੇ ਬੋਝ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਸੀ। ਪਰਿਵਾਰ ਦੀ ਮਾਲੀ ਹਾਲਤ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਖਸਤਾ ਸੀ, ਉੱਤੋਂ ਕਰਜ਼ ਸੀ ਕਿ ਵੱਧਦਾ ਹੀ ਜਾ ਰਿਹਾ ਸੀ। ਐਸੇ ਵਿੱਚ 5ਵਾਂ ਬੱਚਾ ਰਾਮ ਸਿੰਘ ਨੂੰ ਕਿਸੇ ਮੁਸੀਬਤ ਤੋਂ ਘੱਟ ਨਹੀਂ ਲੱਗ ਰਿਹਾ ਸੀ, ਪਰ ਸਮੇਂ ਦੇ ਅੱਗੇ ਵੱਡਿਆਂ ਦੀ ਨਹੀਂ ਚੱਲੀ ਤਾਂ ਫਿਰ ਰਾਮ ਸਿੰਘ ਵਿਚਾਰਾ ਕੀ ਚੀਜ਼ ਸੀ। ਤੇ ਫਿਰ ਇਮਤਿਹਾਨ ਦੀ ਘੜੀ ਖਤਮ ਹੋਈ। ਕਾਫੀ ਦੇਰ ਬਾਅਦ ਸ਼ਿੰਦੋ ਦਾਈ ਕਮਰੇ ਵਿੱਚੋਂ ਬਾਹਰ ਨਿਕਲੀ। ਰਾਮ ਸਿੰਘ ਨੇ ਉਸ ਨੂੰ ਡਰਦੇ ਡਰਦੇ ਪੁੱਛਿਆ ਕਿ ਸਭ ਕੁਝ ਠੀਕ ਤਾਂ ਹੈ। ਦਾਈ ਨੇ ਕਿਹਾ ਲੜਕਾ ਹੋਇਆ ਹੈ, ਪਰ ਰਾਮ ਸਿੰਘ ਘਬਰਾ ਗਿਆ। ਬੋਲਿਆ ਕੀ ਹੋਇਆ? ਮੈਂ ਕੀ ਕਹਾਂ, ਤੂੰ ਖੁਦ ਹੀ ਜਾ ਕੇ ਵੇਖ ਲੈ। ਦਾਈ ਇਹ ਕਹਿ ਕੇ ਉੱਥੋਂ ਚਲੀ ਗਈ। ਸ਼ਿੰਦੋ ਦਾਈ ਤਾਂ ਚਲੀ ਗਈ, ਪਰ ਰਾਮ ਸਿੰਘ ਦੀ ਉਲਝਣ ਨੂੰ ਹੋਰ ਜ਼ਿਆਦਾ ਵਧਾ ਗਈ। ਉਹ ਸੋਚਣ ਲੱਗਾ, ਐਸੀ ਕੀ ਗੱਲ ਹੈ ਜੋ ਦਾਈ ਨੇ ਮੈਨੂੰ ਨਹੀਂ ਦੱਸਿਆ? ਕਿਤੇ ਬੱਚਾ ਮਰਿਆ ਹੋਇਆ ਤਾਂ ਨਹੀਂ? ਪਰ ਜੇ ਮਰਿਆ ਹੁੰਦਾ ਤਾਂ ਦਾਈ ਮੈਨੂੰ ਜ਼ਰੂਰ ਦੱਸਦੀ। ਕੁਝ ਦੇਰ ਬਾਅਦ ਉਹਨਾਂ ਦੀ ਗੁਆਂਢਣ ਵੀ ਇਹ ਕਹਿ ਕੇ ਉੱਥੋਂ ਚਲੀ ਗਈ, ਜੇ ਜ਼ਰੂਰਤ ਪਈ ਤਾਂ ਮੈਨੂੰ ਬੁਲਾ ਲਵੀਂ। ਹੁਣ ਰਾਮ ਸਿੰਘ ਨੂੰ ਅੰਦਰ ਜਾਣ ਤੋਂ ਕੋਈ ਵੀ ਰੁਕਾਵਟ ਨਹੀਂ ਸੀ ਤੇ ਰਾਮ ਸਿੰਘ ਧੜਕਦੇ ਹੋਏ ਦਿਲ ਨਾਲ ਅੰਦਰ ਗਿਆ। ਉਸ ਦੀ ਪਤਨੀ ਸ਼ੀਲਾ ਅਧਮਰੀ ਜਿਹੀ ਹਾਲਤ ਵਿੱਚ ਬਿਸਤਰੇ ਤੇ ਪਈ ਸੀ। ਉਸ ਦੇ ਨਾਲ ਇੱਕ ਬੱਚਾ ਪਿਆ ਸੀ। ਸ਼ੀਲਾ ਨੇ ਅੱਖਾਂ ਖੋਲ੍ਹ ਕੇ ਰਾਮ ਸਿੰਘ ਵੱਲ ਵੇਖਿਆ। ਰਾਮ ਸਿੰਘ ਦੀ ਕੁਝ ਪੁੱਛਣ ਦੀ ਹਿੰਮਤ ਨਹੀਂ ਹੋਈ, ਪਰ ਸ਼ੀਲਾ ਨੇ ਉਸ ਦੀਆਂ ਅੱਖਾਂ ਵਿੱਚ ਦੇਖ ਕੇ ਉਸ ਦੀ ਘਬਰਾਹਟ ਨੂੰ ਮਹਿਸੂਸ ਕੀਤਾ। ਸ਼ੀਲਾ ਨੇ ਬੱਚੇ ਦੇ ਮੂੰਹ ਤੋਂ ਕੱਪੜਾ ਹਟਾਇਆ ਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਪਰ ਰਾਮ ਸਿੰਘ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ, ਕਿਉਂਕਿ ਅੱਗੇ ਦ੍ਰਿਸ਼ ਹੀ ਕੁਝ ਐਸਾ ਸੀ। ਨਵਜੰਮੇ ਬੱਚੇ ਦਾ ਚਿਹਰਾ ਆਮ ਬੱਚਿਆਂ ਵਰਗਾ ਨਹੀਂ ਸੀ। ਮੱਥਾ ਅਤਿਅੰਤ ਸੰਕਰਾ, ਲਗਭਗ ਤਿਕੋਣਾ ਸੀ। ਅੱਖਾਂ ਛੋਟੀਆਂ ਛੋਟੀਆਂ ਤੇ ਕੰਨ ਪੱਟੀਆਂ ਤੱਕ ਫੈਲੀਆਂ ਹੋਈਆਂ ਸਨ ਤੇ ਕੰਨ ਵੀ ਅਜੀਬ ਤਰ੍ਹਾਂ ਨਾਲ ਲੰਬੇ ਚੌੜੇ ਸਨ। ਸਭ ਤੋਂ ਅਜੀਬ ਗੱਲ ਤਾਂ ਇਹ ਸੀ ਕਿ ਬੱਚੇ ਦਾ ਉੱਪਰਲਾ ਬੁੱਲ ਹੈ ਹੀ ਨਹੀਂ ਸੀ ਤੇ ਨੱਕ ਬਹੁਤ ਜ਼ਿਆਦਾ ਲੰਬਾ ਸੀ ਤੇ ਲੰਬਾ ਹੋਣ ਦੇ ਕਾਰਨ ਤਾਲੂਏ ਤੇ ਮੱਥੇ ਨਾਲ ਜਾ ਲੱਗਦਾ ਸੀ। ਰਾਮ ਸਿੰਘ ਇੱਕਦਮ ਦੇਖ ਕੇ ਦੰਗ ਰਹਿ ਗਿਆ ਤੇ ਬੋਲਿਆ, ਇਹ ਕੈਸੀ ਮਾਇਆ ਹੈ? ਜੇ ਬੱਚਾ ਹੋਇਆ ਸੀ ਤਾਂ ਚੰਗਾ ਭਲਾ ਹੁੰਦਾ, ਅਸੀਂ ਕਿਹੜਾ ਰੱਬ ਤੋਂ ਬੱਚਾ ਮੰਗਿਆ ਸੀ? ਮੇਰੇ ਤੇ ਹਾਲਾਤਾਂ ਦੀ ਮਾਰ ਪਹਿਲਾਂ ਘੱਟ ਸੀ, ਜੋ ਇਹ ਨਵੀਂ ਮੁਸੀਬਤ ਮੇਰੇ ਗਲ ਪੈ ਗਈ। ਕੀ ਹੋਵੇਗਾ ਇਸ ਬੱਚੇ ਦਾ? ਇਹ ਆਪਣਾ ਕਰੂਪ ਰੂਪ ਲੈ ਕੇ ਇਸ ਦੁਨੀਆ ਵਿੱਚ ਕਿਸ ਤਰ੍ਹਾਂ ਵਿਚਰੇਗਾ? ਇਸ ਦਾ ਭਵਿੱਖ ਕੀ ਹੋਵੇਗਾ? ਰਾਮ ਸਿੰਘ ਨੇ ਡਰਦੇ ਡਰਦੇ ਨੇ ਪੁੱਛਿਆ, ਕਿਸ ਦੀ ਆਵਾਜ਼? ਸ਼ੀਲਾ ਨੇ ਕਿਹਾ, ਪਤਾ ਨਹੀਂ, ਅਜੇ ਤੱਕ ਤਾਂ ਇਹ ਰੋਇਆ ਵੀ ਨਹੀਂ। ਰਾਮ ਸਿੰਘ ਨੇ ਸੋਚਿਆ, ਕੀ ਇਹ ਗੂੰਗਾ ਵੀ ਹੋਵੇਗਾ? ਉਸ ਦਾ ਮਨ ਬੱਚੇ ਨੂੰ ਦੇਖ ਕੇ ਬਹੁਤ ਜ਼ਿਆਦਾ ਦੁਖੀ ਹੋ ਉੱਠਿਆ। ਉਹ ਪਰਮਾਤਮਾ ਨੂੰ ਕੋਸਣ ਲੱਗਾ ਤੇ ਕਹਿਣ ਲੱਗਾ ਕਿ ਮੇਰੇ ਇੰਨੇ ਸਾਲਾਂ ਦੀ ਭਗਤੀ ਸੇਵਾ ਸਿਮਰਨ ਦਾ ਫਲ ਤੂੰ ਮੈਨੂੰ ਇਸ ਰੂਪ ਵਿੱਚ ਦੇ ਰਿਹਾ ਹੈ। ਅਜੇ ਤੱਕ ਤਾਂ ਮੈਂ ਗਰੀਬ ਸੀ, ਸੋਚ ਰਿਹਾ ਸੀ ਤੂੰ ਮੇਰੀ ਕਦੇ ਨਾ ਕਦੇ ਗਰੀਬੀ ਕੱਟੇਗਾ, ਪਰ ਤੂੰ ਤਾਂ ਨਵੀਂ ਮੁਸੀਬਤ ਮੇਰੇ ਗਲ ਪਾ ਦਿੱਤੀ ਏ। ਉਹ ਆਪਣੇ ਆਪ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ, ਪਰ ਸ਼ੀਲਾ ਬਹੁਤ ਜ਼ਿਆਦਾ ਕਮਜ਼ੋਰ ਲੱਗ ਰਹੀ ਸੀ। ਉਸ ਦੇ ਸਾਹਮਣੇ ਰਾਮ ਸਿੰਘ ਨੇ ਸ਼ੀਲਾ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਕੋਈ ਗੱਲ ਨਹੀਂ, ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲੈ, ਇਹ ਜੈਸਾ ਵੀ ਹੈ ਤਾਂ ਸਾਡਾ ਬੱਚਾ ਨਾ, ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਰਾਮ ਸਿੰਘ ਸ਼ੀਲਾ ਨੂੰ ਹੌਸਲਾ ਦਿੰਦੇ ਹੋਏ ਬਾਹਰ ਆ ਗਿਆ ਤੇ ਬਾਹਰ ਸੁੱਤੇ ਪਏ ਬੱਚਿਆਂ ਨੂੰ ਅੰਦਰ ਜਾ ਕੇ ਲਿਟਾ ਦਿੱਤਾ ਤੇ ਖੁਦ ਵੀ ਸਿਮਟ ਕੇ ਉਹਨਾਂ ਦੇ ਨਾਲ ਹੀ ਪੈ ਗਿਆ। ਪਰ ਉਸ ਨੂੰ ਨੀਂਦ ਨਹੀਂ ਆ ਰਹੀ ਸੀ, ਉਸ ਦੀ ਨੀਂਦ ਉੱਡ ਗਈ ਸੀ। ਉਹ ਸੋਚਣ ਲੱਗਾ ਕਿ ਹੁਣ ਮੈਂ ਕੀ ਕਰਾਂਗਾ। ਉਸ ਦੀ ਅੱਖਾਂ ਦੇ ਅੱਗੇ ਬਾਰ-ਬਾਰ ਉਸ ਦੇ ਬੱਚੇ ਦਾ ਚਿਹਰਾ ਆ ਰਿਹਾ ਸੀ। ਤਰ੍ਹਾਂ ਤਰ੍ਹਾਂ ਦੇ ਸਵਾਲ ਉਸ ਦੇ ਮਨ ਵਿੱਚ ਉੱਠ ਰਹੇ ਸੀ। ਇਸੇ ਉਧੇੜਬੁਣ ਵਿੱਚ ਉਸ ਦੀ ਰਾਤ ਗੁਜ਼ਰ ਗਈ। ਰਾਮ ਸਿੰਘ ਨੇ ਇਹ ਸੁਣਿਆ ਸੀ ਕਿ ਇਸ ਤਰ੍ਹਾਂ ਦੇ ਬੱਚੇ ਕੁਝ ਕੁ ਦਿਨਾਂ ਦੇ ਮਹਿਮਾਨ ਹੁੰਦੇ ਹਨ, ਪਰ ਉਸ ਦੇ ਮਨ ਵਿੱਚ ਇਹ ਗੱਲ ਆ ਰਹੀ ਸੀ ਕਿ ਜੇਕਰ ਇਸ ਬੱਚੇ ਨੂੰ ਕੁਝ ਨਾ ਹੋਇਆ ਤਾਂ ਕੀ ਹੋਵੇਗਾ? ਇਸ ਦਾ ਭਵਿੱਖ ਕੀ ਹੋਵੇਗਾ? ਇਸ ਦੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰੇਗੀ?
ਫਿਰ ਸਵੇਰ ਹੁੰਦੇ ਨਾਲ ਹੀ ਗੁਆਂਢਣ ਦੇ ਦੁਆਰਾ ਇਹ ਗੱਲ ਸਾਰੇ ਪਿੰਡ ਵਾਲਿਆਂ ਮੁਹੱਲੇ ਵਾਲਿਆਂ ਨੂੰ ਪਤਾ ਲੱਗ ਗਈ ਕਿ ਰਾਮ ਸਿੰਘ ਦੇ ਘਰ ਇੱਕ ਵਿਚਿੱਤਰ ਲੜਕੇ ਨੇ ਜਨਮ ਲਿਆ ਹੈ। ਫਿਰ ਕੀ ਸੀ, ਤਮਾਸ਼ਬੀਨ ਔਰਤਾਂ ਦੇ ਝੁੰਡਾਂ ਦੇ ਝੁੰਡ ਆਉਣ ਲੱਗੇ। ਉਹਨਾਂ ਦੀ ਭੀੜ ਟੁੱਟਣ ਦਾ ਨਾਮ ਹੀ ਨਹੀਂ ਲੈ ਰਹੀ ਸੀ। ਇਹ ਇੱਕ ਐਸੀ ਮੁਸੀਬਤ ਸੀ ਜਿਸ ਦੀ ਰਾਮ ਸਿੰਘ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ, ਪਰ ਚੁੱਪ ਰਹਿਣ ਤੋਂ ਇਲਾਵਾ ਉਸਦੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਉਦੋਂ ਹੀ ਤਮਾਸ਼ਬੀਨ ਔਰਤਾਂ ਦੇ ਇੱਕ ਝੁੰਡ ਦੇ ਨਾਲ ਇੱਕ ਪੁਰਾਣੀ ਬੁੜੀ ਆਈ। ਉਸਨੇ ਸਾਰਾ ਖੇਲ ਹੀ ਬਦਲ ਕੇ ਰੱਖ ਦਿੱਤਾ। ਉਸਨੇ ਬੱਚੇ ਨੂੰ ਦੇਖ ਕੇ ਹੱਥ ਜੋੜ ਕੇ ਪ੍ਰਣਾਮ ਕੀਤਾ, ਉਸਦੇ ਪੈਰਾਂ ਤੇ ਆਪਣਾ ਸਿਰ ਲਗਾਇਆ ਤੇ ਗੱਲਾਂ ਕਰਨ ਵਾਲੀਆਂ ਔਰਤਾਂ ਨੂੰ ਫਟਕਾਰ ਲਗਾਈ ਤੇ ਔਰਤਾਂ ਨੂੰ ਕਿਹਾ ਕਿ ਤੁਸੀਂ ਅੱਖਾਂ ਪਾੜ ਕੇ ਕੀ ਦੇਖ ਰਹੀਆਂ ਹੋ? ਇਹ ਤਾਂ ਸਾਕਸ਼ਾਤ ਗਣੇਸ਼ ਜੀ ਨੇ ਸ਼ੀਲਾ ਤੇ ਕਿਰਪਾ ਕੀਤੀ ਹੈ, ਤਾਂ ਹੀ ਤਾਂ ਉਸ ਦੀ ਕੁੱਖੋਂ ਐਸਾ ਬਾਲਕ ਪੈਦਾ ਹੋਇਆ ਹੈ। ਪਹਿਲਾਂ ਤਾਂ ਬੁੱਢੀ ਨਾਲ ਆਈਆਂ ਔਰਤਾਂ ਉਸ ਨੂੰ ਇਸ ਤਰ੍ਹਾਂ ਦੇਖ ਕੇ ਹੱਸ ਰਹੀਆਂ ਸਨ, ਪਰ ਬੁੱਢੀ ਦੇ ਸਮਝਾਉਣ ਤੇ ਉਹ ਸਭ ਸਮਝ ਗਈਆਂ ਤੇ ਫਿਰ ਸਭ ਲੜਕੇ ਨੂੰ ਪ੍ਰਣਾਮ ਕਰਨ ਲੱਗੀਆਂ ਤੇ ਸ਼ੀਲਾ ਦੀ ਕੁੱਖ ਨੂੰ ਸਰਾਉਣ ਲੱਗੀਆਂ ਤੇ ਜੋ ਵੀ ਸਿੱਕਾ ਉਹਨਾਂ ਦੇ ਹੱਥ ਵਿੱਚ ਸੀ ਉਸ ਨੂੰ ਚਾਰਪਾਈ ਦੇ ਸਾਹਮਣੇ ਅਰਪਿਤ ਕਰਨ ਤੋਂ ਬਾਅਦ ਜ਼ਮੀਨ ਤੇ ਮੱਥਾ ਟੇਕਣ ਲੱਗੀਆਂ। ਫਿਰ ਉਹ ਬੁੱਢੀ ਰਾਮ ਸਿੰਘ ਦੇ ਕੋਲ ਭੱਜੀ ਆਈ। ਰਾਮ ਸਿੰਘ ਥਕਾਨ ਤੇ ਨੀਂਦਰੇ ਦੇ ਕਾਰਨ ਘੁੱਗੂ ਜਿਹਾ ਬਣਿਆ ਬੈਠਾ ਸੀ। ਬੁੱਢੀ ਨੇ ਉਸ ਨੂੰ ਮੋਢੇ ਤੋਂ ਫੜ ਕੇ ਹਿਲਾਇਆ ਤੇ ਕਿਹਾ, ਕਿਵੇਂ ਰੋਣੀ ਸੂਰਤ ਬਣਾਈ ਆ, ਬੈਠਾ ਵੇਖ ਕਿਵੇਂ, ਤੈਨੂੰ ਕੀ ਹੋ ਗਿਆ? ਤੈਨੂੰ ਤਾਂ ਸਗੋਂ ਖੁਸ਼ ਹੋਣਾ ਚਾਹੀਦਾ ਏ, ਸ਼ੀਲਾ ਉੱਤੇ ਖੁਦ ਸਾਕਸ਼ਾਤ ਗਣੇਸ਼ ਜੀ ਨੇ ਕਿਰਪਾ ਕੀਤੀ ਹੈ। ਤੇਰੇ ਤਾਂ ਦਿਨ ਫਿਰ ਗਏ ਤੇ ਦੇਖ ਉਹ ਆਪਣੀ ਮਾਇਆ ਦਿਖਾਉਣ ਆਏ ਨੇ। ਉਹ ਜ਼ਿਆਦਾ ਦੇਰ ਤੱਕ ਰੁਕਣ ਵਾਲੇ ਨਹੀਂ, ਇਸ ਲਈ ਜਦੋਂ ਤੱਕ ਉਹ ਹਨ ਉਹਨਾਂ ਦੀ ਸੇਵਾ ਕਰ। ਹਜ਼ਾਰਾਂ ਸਾਲਾਂ ਵਿੱਚ ਕਿਸੇ ਨੂੰ ਹੀ ਐਸਾ ਮੌਕਾ ਮਿਲਦਾ ਹੈ। ਰਾਮ ਸਿੰਘ ਨੇ ਹੈਰਾਨੀ ਨਾਲ ਕਿਹਾ, ਹੈ ਇਹ ਗੱਲ ਤਾਂ ਮੇਰੇ ਦਿਮਾਗ ਵਿੱਚ ਹੀ ਨਹੀਂ ਆਈ। ਬੁੱਢੀ ਬੋਲੀ, ਤੁਸੀਂ ਠਹਿਰੇ ਉਮਰ ਅਕਲ ਦੇ ਕੱਚੇ। ਬੁੱਢੀ ਆਪਣਾ ਬੁਢਾਪਨ ਝਾੜਦੇ ਹੋਏ ਬੋਲੀ ਕਿ ਇਹ ਗੱਲਾਂ ਦਾ ਤੁਹਾਨੂੰ ਕਿੱਥੋਂ ਪਤਾ ਹੋਣਾ? ਅਨਾਪ ਸ਼ਨਾਪ ਗੱਲਾਂ ਤੁਹਾਡੇ ਦਿਮਾਗ ਵਿੱਚ ਭਰੀਆਂ ਹੁੰਦੀਆਂ, ਇਹਨਾਂ ਗੱਲਾਂ ਦਾ ਤੁਹਾਨੂੰ ਸਵਾਹ ਪਤਾ ਹੋਣਾ। ਮੇਰੀ ਇੱਕ ਗੱਲ ਹੋਰ ਸੁਣ, ਦਰਸ਼ਨ ਦੇ ਲਈ ਲੋਕ ਆਉਣਗੇ ਤੇ ਤੂੰ ਉਹਨਾਂ ਨੂੰ ਮਨਾ ਨਹੀਂ ਕਰ ਸਕਦਾ, ਕਿਉਂਕਿ ਉਹ ਸਿਰਫ ਤੇਰੇ ਇਕੱਲੇ ਦੇ ਨਹੀਂ, ਪਰਮਾਤਮਾ ਸਭ ਦਾ ਹੁੰਦਾ ਹੈ ਤੇ ਪਰਮਾਤਮਾ ਉੱਤੇ ਸਭ ਦਾ ਅਧਿਕਾਰ ਹੁੰਦਾ ਹੈ। ਬੁੱਢੀ ਦੀਆਂ ਗੱਲਾਂ ਸੁਣ ਕੇ ਰਾਮ ਸਿੰਘ ਨੇ ਨਾਦਾਨ ਬਾਲਕ ਦੀ ਤਰ੍ਹਾਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਬੁੱਢੀ ਉੱਥੋਂ ਚਲੇ ਗਈ। ਫਿਰ ਰਾਮ ਸਿੰਘ ਭੱਜ ਕੇ ਸ਼ੀਲਾ ਦੇ ਕੋਲ ਕਮਰੇ ਦੇ ਵਿੱਚ ਗਿਆ। ਦਰਅਸਲ ਰਾਮ ਸਿੰਘ ਹੁਣ ਉਸ ਬੱਚੇ ਨੂੰ ਇੱਕ ਨਵੀਂ ਨਜ਼ਰ ਨਾਲ ਦੇਖਣਾ ਚਾਹੁੰਦਾ ਸੀ, ਪਰ ਚਾਰਪਾਈ ਦੇ ਕੋਲ ਪਏ ਪੈਸਿਆਂ ਨੂੰ ਦੇਖ ਕੇ ਉਹ ਇੱਕ ਵਾਰ ਫਿਰ ਚੱਕਰ ਖਾ ਗਿਆ ਤੇ ਸ਼ੀਲਾ ਨੂੰ ਪੁੱਛਣ ਲੱਗਾ ਕਿ ਇਹ ਕੀ ਹੈ? ਤਾਂ ਉਹ ਬੋਲੀ, ਉਹੀ ਲੋਕ ਆਏ ਸੀ, ਮੱਥਾ ਟੇਕ ਗਏ। ਬੇਬੇ ਕਹਿੰਦੀ ਸੀ ਕਿ ਸਾਕਸ਼ਾਤ ਗਣੇਸ਼ ਜੀ ਹਨ। ਤੇ ਇਹ ਗੱਲ ਸੁਣ ਕੇ, ਇਹ ਸਭ ਦੇਖ ਕੇ ਰਾਮ ਸਿੰਘ ਦੇ ਵਿੱਚ ਜਿਵੇਂ ਇੱਕ ਨਵੀਂ ਜਾਨ ਪੈ ਗਈ। ਫਿਰ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਨਾ ਤਾਂ ਤੇਰੇ ਦਿਮਾਗ ਵਿੱਚ ਇਹ ਗੱਲ ਆਈ ਤੇ ਨਾ ਹੀ ਮੇਰੇ ਦਿਮਾਗ ਵਿੱਚ ਇਹ ਗੱਲ ਆਈ, ਪਰ ਇਹ ਤਾਂ ਸੱਚਮੁੱਚ ਗਣੇਸ਼ ਜੀ ਹੀ ਹਨ। ਅਸੀਂ ਲੋਕ ਉਹਨਾਂ ਦੀ ਮਾਇਆ ਕੀ ਸਮਝ ਸਕਾਂਗੇ? ਉਹਨਾਂ ਦੀ ਮਾਇਆ ਉਹੀ ਜਾਣਨ। ਰਾਮ ਸਿੰਘ ਨੂੰ ਹੁਣ ਲੜਕੇ ਦੀ ਚਿੰਤਾ ਹੋਣ ਲੱਗੀ। ਇਹ ਹਿਲਦਾ ਜੁਲਦਾ ਹੀ ਬਹੁਤ ਘੱਟ ਹੈ, ਸਾਹ ਤਾਂ ਸਹੀ ਲੈਂਦਾ ਹੈ ਨਾ? ਸ਼ੀਲਾ ਬੋਲੀ, ਹਾਂ ਸਾਹ ਤਾਂ ਬਿਲਕੁਲ ਸਹੀ ਲੈਂਦਾ ਹੈ। ਫਿਰ ਰਾਮ ਸਿੰਘ ਨੂੰ ਦੂਜੀ ਚਿੰਤਾ ਹੋਣ ਲੱਗੀ, ਇਸ ਨੂੰ ਦੁੱਧ ਵੁੱਧ ਪਿਲਾਇਆ ਕਿ ਨਹੀਂ ਪਿਲਾਇਆ? ਸ਼ੀਲਾ ਬੋਲੀ, ਦੁੱਧ ਤਾਂ ਇਹ ਮੂੰਹ ਦੇ ਵਿੱਚ ਦਬਾ ਵੀ ਨਹੀਂ ਪਾਉਂਦਾ। ਰਾਮ ਸਿੰਘ ਬੋਲਿਆ, ਕਿ ਹੁਣ ਤੂੰ ਇਸ ਨੂੰ ਭੁੱਖਾ ਮਾਰੇਂਗੀ? ਮੈਂ ਤੈਨੂੰ ਰੂੰ ਦੀ ਬੱਤੀ ਬਣਾ ਕੇ ਦਿੰਦਾ ਹਾਂ, ਉਸ ਦੇ ਨਾਲ ਹੀ ਇਸ ਨੂੰ ਦੁੱਧ ਪਿਲਾ ਦੇਵੀਂ, ਗਲਾ ਸੁੱਕਦਾ ਹੋਵੇਗਾ ਇਸ ਦਾ। ਬੱਚੇ ਨੂੰ ਦੁੱਧ ਪਿਲਾਉਣ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਕੁਝ ਹੋਰ ਲੋਕ ਬੱਚੇ ਦੇ ਦਰਸ਼ਨਾਂ ਲਈ ਆ ਪਹੁੰਚੇ। ਇਸ ਵਾਰ ਔਰਤਾਂ ਦੇ ਇਲਾਵਾ ਮਰਦ ਵੀ ਸਨ ਤੇ ਉਹਨਾਂ ਦੇ ਹੱਥਾਂ ਵਿੱਚ ਕੁਝ ਫੁੱਲ ਤੇ ਫਲ ਵੀ ਸਨ। ਰਾਮ ਸਿੰਘ ਨੇ ਪ੍ਰਸੰਨ ਹੋ ਕੇ ਸਭ ਦਾ ਸਵਾਗਤ ਕੀਤਾ ਤੇ ਕਿਹਾ, ਆਓ ਆਓ, ਤੁਸੀਂ ਵੀ ਗਣੇਸ਼ ਜੀ ਦੇ ਦਰਸ਼ਨ ਕਰ ਲਵੋ। ਉਹਨਾਂ ਸਭ ਨੇ ਬੱਚੇ ਦੇ ਪੈਰਾਂ ਵਿੱਚ ਮੱਥਾ ਟੇਕਿਆ, ਕੁਝ ਸਿੱਕੇ ਅਰਪਣ ਕੀਤੇ, ਫਲ ਫੁੱਲ ਚਾਰਪਾਈ ਦੇ ਕਿਨਾਰੇ ਰੱਖੇ ਤੇ ਨਮਨ ਕੀਤਾ। ਤੇ ਫਿਰ ਸ਼ਾਮ ਹੁੰਦੇ ਹੁੰਦੇ ਇਹ ਗੱਲ ਚਾਰੇ ਪਾਸੇ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਕਿ ਰਾਮ ਸਿੰਘ ਦੇ ਘਰ ਗਣੇਸ਼ ਜੀ ਨੇ ਜਨਮ ਲਿਆ ਹੈ। ਇਸ ਲਈ ਬੱਚੇ ਦੇ ਦਰਸ਼ਨ ਕਰਨ ਦੇ ਲਈ ਲੋਕ ਦੂਰੋਂ ਦੂਰੋਂ ਫਲ ਫੁੱਲ, ਮਠਿਆਈਆਂ, ਕੱਪੜੇ, ਪੈਸੇ ਆਦਿ ਲੈ ਕੇ ਆਉਣ ਲੱਗੇ। ਤੇ ਫਿਰ ਸ਼ਾਮ ਵੇਲੇ ਗੋਲੂ ਤੇ ਉਸ ਦੀ ਪਤਨੀ ਨੇ ਰਾਮ ਸਿੰਘ ਨੂੰ ਇਹ ਸਲਾਹ ਦਿੱਤੀ ਕਿ ਕਿਉਂ ਨਾ ਅਸੀਂ ਗਣੇਸ਼ ਜੀ ਦੇ ਜਨਮ ਲੈਣ ਦੀ ਖਬਰ ਨੂੰ ਅਖਬਾਰ ਵਿੱਚ ਛਪਵਾ ਦਈਏ, ਨਾਲੇ ਪਰਚੇ ਛਪਵਾ ਕੇ ਚਾਰੇ ਪਾਸੇ ਵੰਡ ਦਈਏ। ਇਸ ਨਾਲ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਤੇ ਸਭ ਹੀ ਉਹਨਾਂ ਦੇ ਦਰਸ਼ਨ ਕਰ ਲੈਣਗੇ। ਰਾਮ ਸਿੰਘ ਨੂੰ ਇਹ ਗੱਲ ਚੰਗੀ ਲੱਗੀ। ਫਿਰ ਕਿਸੇ ਅਖਬਾਰਾਂ ਤੇ ਪਰਚਿਆਂ ਦੁਆਰਾ ਆਸੇ-ਪਾਸੇ ਦੇ ਇਲਾਕਿਆਂ ਵਿੱਚ ਇਹ ਖਬਰ ਫੈਲ ਗਈ। ਵੱਡੀ ਗਿਣਤੀ ਵਿੱਚ ਲੋਕ ਗਣੇਸ਼ ਜੀ ਦੇ ਦਰਸ਼ਨਾਂ ਦੇ ਲਈ ਆਉਣ ਲੱਗੇ। ਰਾਤ 11 ਵਜੇ ਦਰਸ਼ਨ ਕਰਨ ਵਾਲੇ ਭਗਤਾਂ ਦੀ ਲੜੀ ਟੁੱਟੀ ਤਾਂ ਫਿਰ ਰਾਮ ਸਿੰਘ ਨੇ ਦਰਸ਼ਨ ਬੰਦ ਕਰ ਦਿੱਤੇ ਤੇ ਕਿਹਾ, ਕਿਉਂਕਿ ਹੁਣ ਗਣੇਸ਼ ਜੀ ਦੇ ਸੌਣ ਦਾ ਸਮਾਂ ਹੋ ਗਿਆ ਹੈ। ਉਸ ਰਾਤ ਰਾਮ ਸਿੰਘ ਤੇ ਉਸਦੇ ਪਰਿਵਾਰ ਨੇ ਬਹੁਤ ਦਿਨਾਂ ਬਾਅਦ ਵਧੀਆ ਖਾਣਾ ਤੇ ਮਠਿਆਈਆਂ ਦਾ ਆਨੰਦ ਮਾਣਿਆ। ਦੂਸਰੇ ਦਿਨ ਵੀ ਪਰਚੇ ਵੰਡੇ ਗਏ। ਇੱਕ ਵੱਡੇ ਅਖਬਾਰ ਵਾਲਾ ਪੱਤਰਕਾਰ ਬੱਚੇ ਦੀ ਤਸਵੀਰ ਖਿੱਚ ਕੇ ਲੈ ਗਿਆ। ਬੱਚੇ ਦੀ ਤਸਵੀਰ ਅਖਬਾਰ ਵਿੱਚ ਛਪਦੇ ਹੀ ਜਿਵੇਂ ਸ਼ਹਿਰ ਵਿੱਚ ਹੜਕੰਪ ਜਿਹਾ ਮਚ ਗਿਆ ਹੋਵੇ। ਦੂਰ ਦਰਾਡੇ ਤੋਂ ਲੋਕ ਗਣੇਸ਼ ਜੀ ਦੇ ਦਰਸ਼ਨਾਂ ਦੇ ਲਈ ਆਉਣ ਲੱਗੇ। ਰਾਮ ਸਿੰਘ ਦੇ ਘਰ ਦੇ ਸਾਹਮਣੇ ਜਿਵੇਂ ਇੱਕ ਮੇਲਾ ਜਿਹਾ ਲੱਗ ਗਿਆ ਹੋਵੇ ਤੇ ਮੇਲੇ ਨੂੰ ਦੇਖ ਆਉਣ ਜਾਣ ਵਾਲੇ ਲੋਕ ਵੀ ਰੁਕਣ ਲੱਗੇ। ਪਤਾ ਨਹੀਂ ਕਿੱਥੋਂ ਇੱਕ ਮਾਲਣ ਫੁੱਲ ਲੈ ਕੇ ਰਾਮ ਸਿੰਘ ਦੇ ਘਰ ਦੇ ਅੱਗੇ ਆ ਕੇ ਬੈਠ ਗਈ। ਇਸ ਤੋਂ ਇਲਾਵਾ ਮੁਹੱਲੇ ਦੇ ਹਲਵਾਈ ਨੂੰ ਵੀ ਸਿਰ ਖੁਰਕਣ ਦੀ ਵੇਲ ਨਹੀਂ ਸੀ। ਉਸ ਭੀੜ ਨੂੰ ਸਹੀ ਢੰਗ ਨਾਲ ਦਰਸ਼ਨ ਕਰਵਾਉਣ ਦੇ ਲਈ ਰਾਮ ਸਿੰਘ ਨੇ ਆਪਣੇ ਕਮਰੇ ਦਾ ਦੂਜਾ ਦਰਵਾਜ਼ਾ ਵੀ ਖੋਲ੍ਹ ਦਿੱਤਾ, ਜੋ ਅਜੇ ਤੱਕ ਬੰਦ ਸੀ। ਹੁਣ ਲੋਕ ਕਤਾਰ ਬਣਾ ਕੇ ਇੱਕ ਦਰਵਾਜ਼ੇ ਤੋਂ ਅੰਦਰ ਆਉਂਦੇ ਤੇ ਮੱਥਾ ਟੇਕ ਕੇ ਦੂਜੇ ਦਰਵਾਜ਼ੇ ਤੋਂ ਬਾਹਰ ਨਿਕਲ ਜਾਂਦੇ। ਰਾਮ ਸਿੰਘ ਸਵੇਰੇ ਸਵੇਰੇ ਨਹਾ ਧੋ ਕੇ ਗਣੇਸ਼ ਜੀ ਦੇ ਦਰਸ਼ਨ ਕਰਵਾਉਣ ਵਾਲੇ ਲੋਕਾਂ ਦੇ ਇੰਤਜ਼ਾਮ ਕਰਨ ਵਿੱਚ ਲੱਗ ਜਾਂਦਾ। ਹੁਣ ਨਾ ਤਾਂ ਘਰ ਵਿੱਚ ਪਹਿਲਾਂ ਵਰਗਾ ਤਣਾਅ ਸੀ ਤੇ ਨਾ ਹੀ ਕੋਈ ਪੈਸੇ ਦੀ ਤੰਗੀ ਸੀ।
ਹੁਣ ਸਾਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਸੀ। ਰਾਮ ਸਿੰਘ ਚੁੱਪ ਚਪੀਤੇ ਕਮਰੇ ਵਿੱਚ ਆਉਂਦਾ ਤੇ ਸ਼ੀਲਾ ਦੇ ਕੰਨ ਵਿੱਚ ਰੂੰ ਦੀ ਬੱਤੀ ਨਾਲ ਬੱਚੇ ਨੂੰ ਦੁੱਧ ਪਿਲਾਉਣ ਦੀ ਗੱਲ ਕਰਦਾ ਤੇ ਫਿਰ ਇਸ ਬਹਾਨੇ ਉਹ ਇਹ ਵੀ ਚੈੱਕ ਕਰ ਲੈਂਦਾ ਕਿ ਬੱਚੇ ਦੇ ਸਾਹ ਚੱਲ ਰਹੇ ਨੇ। ਰਾਤ ਨੂੰ ਕਈ ਵਾਰ ਉੱਠ ਕੇ ਉਹ ਬੱਚੇ ਦੇ ਸਾਹ ਚੈੱਕ ਕਰਦਾ ਕਿ ਬੱਚਾ ਜਿਉਂਦਾ ਹੈ। ਹੁਣ ਰਾਮ ਸਿੰਘ ਤੇ ਉਸ ਦੀ ਪਤਨੀ ਬੱਚੇ ਦੀ ਬਹੁਤ ਵਧੀਆ ਢੰਗ ਨਾਲ ਦੇਖਭਾਲ ਕਰਦੇ। ਹੁਣ ਸਭ ਕੁਝ ਵਧੀਆ ਚੱਲ ਰਿਹਾ ਸੀ। ਹੁਣ ਕਿਸੇ ਗੱਲ ਦੀ ਕੋਈ ਵੀ ਸਮੱਸਿਆ ਨਹੀਂ ਸੀ ਸਿਵਾਏ ਇੱਕ ਸਮੱਸਿਆ ਦੇ ਕਿ ਚੜਾਵੇ ਵਿੱਚ ਆਈ ਹੋਈ ਮਠਿਆਈ ਦਾ ਕੀ ਕੀਤਾ ਜਾਵੇ। ਉਸ ਦਾ ਵੀ ਹੱਲ ਕੱਢਿਆ ਗਿਆ। ਰਾਮ ਸਿੰਘ ਨੇ ਗਣੇਸ਼ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਉਹ ਮਠਿਆਈ ਸਾਰੇ ਪਿੰਡ ਵਾਲਿਆਂ ਨੂੰ ਵੰਡ ਦਿੱਤੀ। ਫਿਰ ਵੀ ਮਠਿਆਈ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਸੀ। ਫਿਰ ਇਸ ਦਾ ਵੀ ਹੱਲ ਕੱਢਿਆ ਗਿਆ। ਰਾਤ ਦੇ ਸਮੇਂ ਰਾਮ ਸਿੰਘ ਦੇ ਘਰੋਂ ਮਠਿਆਈ ਚੱਕ ਕੇ ਹਲਵਾਈ ਨੂੰ ਵੇਚ ਦਿੱਤੀ ਜਾਂਦੀ ਤੇ ਫਿਰ ਉਹੀ ਮਠਿਆਈ ਸ਼ਰਧਾਲੂਆਂ ਦੁਆਰਾ ਗਣੇਸ਼ ਜੀ ਨੂੰ ਚੜ੍ਹਾ ਦਿੱਤੀ ਜਾਂਦੀ। ਇਸ ਤਰ੍ਹਾਂ ਕਰਦੇ ਕਰਦੇ 1 ਮਹੀਨਾ ਬੀਤ ਗਿਆ। ਇਸ 1 ਮਹੀਨੇ ਵਿੱਚ ਰਾਮ ਸਿੰਘ ਨੇ ਗਣੇਸ਼ ਜੀ ਨੂੰ ਚੜਾਵੇ ਦੇ ਰੂਪ ਵਿੱਚ ਚੜਾਏ ਗਏ ਪੈਸਿਆਂ ਦੁਆਰਾ ਆਪਣਾ ਸਾਰਾ ਕਰਜ਼ ਉਤਾਰ ਦਿੱਤਾ ਤੇ ਬਹੁਤ ਸਾਰੇ ਪੈਸੇ ਇਕੱਠੇ ਕਰ ਲਏ। ਉਹਨਾਂ ਦੀ ਜ਼ਿੰਦਗੀ ਗਰੀਬੀ ਚੋਂ ਨਿਕਲ ਕੇ ਅਮੀਰੀ ਵਿੱਚ ਆ ਗਈ। ਫਿਰ ਇੱਕ ਸਵੇਰ ਸ਼ੀਲਾ ਨੇ ਰਾਮ ਸਿੰਘ ਨੂੰ ਜਗਾਇਆ ਤੇ ਕਿਹਾ, ਦੇਖੋ ਦੇਖੋ ਇਸ ਨੂੰ ਕੀ ਹੋ ਗਿਆ ਹੈ। ਰਾਮ ਸਿੰਘ ਹੜਬੜਾਹਟ ਵਿੱਚ ਉੱਠਿਆ ਤੇ ਉਸਨੇ ਬੱਚੇ ਦੇ ਸਾਹ ਚੈੱਕ ਕੀਤੇ ਤੇ ਕਿਹਾ ਕਿ ਹੁਣ ਖੇਲ ਖਤਮ ਹੋ ਗਿਆ ਹੈ। ਸ਼ੀਲਾ ਰੋਣ ਲੱਗ ਗਈ। ਉਸ ਦਾ ਰੋਣਾ ਸ਼ੁਰੂ ਹੋ ਗਿਆ ਪਰ ਰਾਮ ਸਿੰਘ ਨੇ ਉਸ ਨੂੰ ਰੋਕਿਆ ਤੇ ਕਿਹਾ ਕਿ ਰੋਣਾ ਧੋਣਾ ਬੰਦ ਕਰੋ ਤੇ ਇਸ ਨੂੰ ਇਸੇ ਤਰ੍ਹਾਂ ਹੀ ਪਿਆ ਰਹਿਣ ਦੇ ਤੇ ਦੇਖੀ ਕਿਸੇ ਕੋਲ ਇਸ ਦੇ ਬਾਰੇ ਕੋਈ ਜ਼ਿਕਰ ਨਾ ਕਰੀ। ਥੋੜੀ ਦੇਰ ਵਿੱਚ ਲੋਕ ਗਣੇਸ਼ ਜੀ ਦੇ ਦਰਸ਼ਨਾਂ ਦੇ ਲਈ ਆਉਣ ਲੱਗ ਜਾਣਗੇ। ਸ਼ੀਲਾ ਰੋਂਦੇ ਰੋਂਦੇ ਕਹਿਣ ਲੱਗੀ, ਪਰ ਇਹ ਤਾਂ ਕੀ ਹੋਇਆ? ਰਾਮ ਸਿੰਘ ਨੇ ਕਿਹਾ, ਇਹ ਤਾਂ ਵੈਸੇ ਵੀ ਨਾ ਰੋਂਦਾ ਸੀ ਨਾ ਬਾਹਲਾ ਹਿਲਦਾ ਜੁਲਦਾ ਸੀ। ਲੋਕਾਂ ਨੂੰ ਕੀ ਪਤਾ ਲੱਗੇਗਾ? ਕੱਲ ਨੂੰ ਸਵੇਰੇ ਕਹਿ ਦੇਵਾਂਗੇ ਪਰਮਾਤਮਾ ਨੇ ਆਪਣੀ ਮਾਇਆ ਸਮੇਟ ਲਈ ਹੈ। ਫਿਰ ਰਾਮ ਸਿੰਘ ਦੇ ਸ਼ੀਲਾ ਨੂੰ ਬਹੁਤ ਜ਼ਿਆਦਾ ਸਮਝਾਉਣ ਤੇ ਸ਼ੀਲਾ ਸਮਝ ਗਈ ਤੇ ਤਿਆਰ ਹੋਣ ਲੱਗੀ। ਫਿਰ ਰਾਮ ਸਿੰਘ ਆਪਣੇ ਆਪ ਨੂੰ ਸਮਝਾਉਣ ਲੱਗਾ ਤੇ ਸੋਚਣ ਲੱਗਾ ਕਿ ਅਸੀਂ ਤਾਂ ਪਰਮਾਤਮਾ ਤੋਂ ਬੱਚੇ ਦਾ ਐਸਾ ਰੂਪ ਮੰਗਿਆ ਵੀ ਨਹੀਂ ਸੀ। ਇਹ ਤਾਂ ਉਹਨਾਂ ਦੀ ਹੀ ਕਿਰਪਾ ਸੀ। ਸ਼ਾਇਦ ਸਾਡੀ ਗਰੀਬੀ ਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਆਪਣਾ ਫਰਿਸ਼ਤਾ ਸਾਡੇ ਵਿੱਚ ਭੇਜਿਆ। ਅੱਜ ਦੇ ਦਿਨ ਜੇਕਰ ਲੋਕ ਦਰਸ਼ਨ ਕਰ ਵੀ ਲੈਣਗੇ ਤਾਂ ਕੀ ਹੋਣ ਲੱਗਾ ਹੈ? ਕੀ ਬੁਰਾ ਹੋਣ ਲੱਗਾ ਹੈ? ਇਸ ਨਾਲ ਸਾਡਾ ਵੀ ਕੁਝ ਫਾਇਦਾ ਹੋ ਜਾਵੇਗਾ। ਸ਼ੀਲਾ ਡੁਸਕ ਕਰਨ ਲੱਗੀ। ਰਾਮ ਸਿੰਘ ਨੇ ਸਮਝਾਇਆ, ਦੇਖ ਹੁਣ ਜ਼ਿਆਦਾ ਦੁਖੀ ਨਾ ਹੋ ਤੇ ਵੈਸੇ ਵੀ ਇਹ ਜ਼ਿਆਦਾ ਦਿਨ ਤੱਕ ਜਿਉਂਦਾ ਨਹੀਂ ਰਹਿ ਪਾਉਂਦਾ ਤੇ ਜੇ ਜਿਉਂ ਵੀ ਜਾਂਦਾ ਤਾਂ ਇਸ ਦਾ ਭਵਿੱਖ ਕੀ ਹੁੰਦਾ? ਤੂੰ ਆਪਣੇ ਆਪ ਨੂੰ ਸੰਭਾਲ, ਆਪਣਾ ਮੂੰਹ ਮੱਥਾ ਸਵਾਰ। ਲੋਕ ਇਸ ਦੇ ਦਰਸ਼ਨਾਂ ਦੇ ਲਈ ਆਉਂਦੇ ਹੀ ਹੋਣਗੇ। ਤੇ ਫਿਰ ਥੋੜੀ ਦੇਰ ਬਾਅਦ ਗਣੇਸ਼ ਜੀ ਦੇ ਦਰਸ਼ਨ ਕਰਨ ਦੇ ਲਈ ਭੀੜ ਪੈਣੀ ਸ਼ੁਰੂ ਹੋ ਗਈ ਤੇ ਭੇਟ ਦੇ ਰੂਪ ਵਿੱਚ ਫੁੱਲ ਫਲ ਪ੍ਰਸ਼ਾਦ ਤੇ ਸਿੱਕਿਆਂ ਦੇ ਢੇਰ ਲੱਗਣ ਲੱਗੇ। ਫਿਰ ਇਹ ਨਾਟਕ ਰਾਤ ਦੇ 12 ਵਜੇ ਤੱਕ ਚੱਲਿਆ ਤਾਂ ਜੋ ਰਾਮ ਸਿੰਘ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਦਰਸ਼ਨ ਕਰਵਾ ਸਕੇ ਤੇ ਪੈਸੇ ਇਕੱਠੇ ਕਰ ਸਕੇ। ਫਿਰ ਦੂਜੀ ਸਵੇਰ ਚੜ੍ਹਦੇ ਨਾਲ ਹੀ ਰਾਮ ਸਿੰਘ ਨੇ ਸਭ ਨੂੰ ਕਹਿ ਦਿੱਤਾ ਕਿ ਪ੍ਰਮਾਤਮਾ ਨੇ ਆਪਣੀ ਮਾਇਆ ਸਮੇਟ ਲਈ ਹੈ। ਗਣੇਸ਼ ਜੀ ਵਾਪਸ ਆਪਣੇ ਨਿਜ ਧਾਮ ਚਲੇ ਗਏ ਹਨ। ਸ਼ਰਧਾਲੂ ਇਹ ਸੋਚਣ ਲੱਗੇ ਕਿ ਹੁਣ ਸਾਨੂੰ ਗਣੇਸ਼ ਜੀ ਦੇ ਦਰਸ਼ਨ ਕਦੇ ਵੀ ਨਹੀਂ ਹੋਣਗੇ। ਇਹ ਸੋਚ ਕੇ ਉਹਨਾਂ ਦੇ ਕੋਲ ਜਿੰਨੇ ਵੀ ਪੈਸੇ ਸਨ, ਜੋ ਵੀ ਸੀ, ਉਹ ਗਣੇਸ਼ ਜੀ ਨੂੰ ਚੜਾਵੇ ਦੇ ਰੂਪ ਵਿੱਚ ਚੜਾਉਣ ਲੱਗੇ, ਨਮਨ ਕਰਨ ਲੱਗੇ। ਲੋਕਾਂ ਦੀ ਭੀੜ ਹੋਰ ਜ਼ਿਆਦਾ ਵਧਣ ਲੱਗੀ ਤੇ ਫਿਰ ਇਸ ਤੋਂ ਬਾਅਦ ਰਾਮ ਸਿੰਘ ਦੇ ਘਰ ਕੋਲ ਲੱਗਾ ਸ਼ਰਧਾਲੂਆਂ ਦਾ ਮੇਲਾ ਉੱਠ ਗਿਆ। ਸ਼ਰਧਾਲੂ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਇਸ ਤਰ੍ਹਾਂ ਉਹ ਕੁਝ ਦਿਨਾਂ ਦਾ ਮਹਿਮਾਨ ਛੋਟਾ ਜਿਹਾ ਬੱਚਾ ਰਾਮ ਸਿੰਘ ਦੀ ਗਰੀਬੀ ਨੂੰ ਦੂਰ ਕਰ ਗਿਆ। ਹੁਣ ਮੋਰਲ ਆਫ ਦਾ ਸਟੋਰੀ, ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਦੋਸਤੋ, ਜੇ ਪਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਹੈ ਨਾ ਤਾਂ ਕਿਸੇ ਗੱਲ ਦੀ ਚਿੰਤਾ ਨਾ ਕਰੋ। ਜੇ ਸੁੱਖ ਹੈ ਤਾਂ ਸ਼ੁਕਰਾਨਾ ਕਰੋ, ਜੇ ਦੁੱਖ ਹੈ ਤਾਂ ਸਬਰ ਕਰੋ। ਤੁਸੀਂ ਇਹ ਗੱਲ ਤਾਂ ਬਹੁਤ ਸੁਣੀ ਹੋਵੇਗੀ ਕਿ ਉਸ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ ਹੈ। ਪਰ ਕਦੇ ਤੁਸੀਂ ਇਹ ਗੱਲ ਸੋਚੀ ਹੈ ਕਿ ਉਸ ਦੇ ਘਰ ਦੇਰ ਕਿਉਂ ਹੈ? ਦੇਰ ਸਾਡੇ ਕਰਮਾਂ ਦੀ ਹੈ, ਕਿਉਂਕਿ ਪਰਮਾਤਮਾ ਜੋ ਸਰਵ ਵਿਆਪਕ ਹੈ, ਕਰਤਾ ਧਰਤਾ ਹੈ, ਉਹ ਚਾਹੇ ਤਾਂ ਸੈਕਿੰਡ ਦੇ 100ਵੇਂ ਹਿੱਸੇ ਵਿੱਚ ਇਨਸਾਨ ਦੀਆਂ ਸਾਰੀਆਂ ਮਨੋਕਾਮਨਾਵਾਂ ਨੂੰ ਪੂਰਾ ਕਰ ਸਕਦਾ ਹੈ। ਫਿਰ ਦੇਰ ਕਿਉਂ ਕਰਦਾ ਹੈ? ਕਿਉਂਕਿ ਜਿਵੇਂ ਇੱਕ ਟੀਚਰ ਬਣਨ ਦੇ ਲਈ ਤੁਹਾਨੂੰ ਪੜ੍ਹਾਈ ਕਰਨੀ ਪੈਂਦੀ ਹੈ, ਆਪਣੀ ਜ਼ਿੰਦਗੀ ਦੇ 15-16 ਸਾਲ ਲਗਾਉਣੇ ਪੈਂਦੇ ਹਨ, ਫਿਰ ਕਿਤੇ ਜਾ ਕੇ ਤੁਸੀਂ ਆਪਣੀਆਂ ਮੰਜ਼ਿਲਾਂ ਨੂੰ ਪਾਉਂਦੇ ਹੋ। ਉਸੇ ਤਰ੍ਹਾਂ ਪਰਮਾਤਮਾ ਵੀ ਪਹਿਲਾਂ ਉਸ ਭਾਂਡੇ ਨੂੰ ਚੰਗੀ ਤਰ੍ਹਾਂ ਟਣਕਾ ਕੇ ਵੇਖਦਾ ਹੈ ਜਿਸ ਵਿੱਚ ਉਸਨੇ ਖੈਰ ਪਾਉਣੀ ਹੁੰਦੀ ਹੈ। ਦੇਰ ਸਾਡੇ ਕਰਮਾਂ ਦੀ ਹੁੰਦੀ ਹੈ। ਕਿਸ ਤਰ੍ਹਾਂ? ਜਿਵੇਂ ਅਸੀਂ ਪਰਮਾਤਮਾ ਤੋਂ ਮੰਗਾਂ ਤਾਂ ਬਥੇਰੀਆਂ ਮੰਗਦੇ ਹਾਂ ਪਰ ਸੇਵਾ ਸਿਮਰਨ ਦ੍ਰਿੜ ਵਿਸ਼ਵਾਸ ਸਾਡਾ ਨਾਂ ਦੇ ਬਰਾਬਰ ਹੀ ਹੁੰਦਾ ਹੈ। ਜਦੋਂ ਸਾਡਾ ਸੇਵਾ ਸਿਮਰਨ ਦ੍ਰਿੜ ਵਿਸ਼ਵਾਸ ਸਾਡੇ ਕਰਮਾਂ ਦੇ ਦੁਆਰਾ ਸਾਨੂੰ ਉਸ ਕਾਬਲ ਬਣਾ ਦਿੰਦਾ ਹੈ ਤਾਂ ਉਸ ਪਰਮਾਤਮਾ ਦੀ ਕਿਰਪਾ ਆਟੋਮੈਟਿਕ ਹੋਣ ਲੱਗ ਜਾਂਦੀ ਹੈ। ਬਸ ਲੋੜ ਹੈ ਵਿਸ਼ਵਾਸ, ਸੇਵਾ ਸਿਮਰਨ ਦੀ। ਸਭ ਕੁਝ ਜੋ ਤੁਸੀਂ ਸੋਚਿਆ ਹੈ ਉਹ ਤੁਹਾਨੂੰ ਤੁਹਾਡੀ ਸੋਚ ਤੋਂ ਜ਼ਿਆਦਾ ਹੀ ਮਿਲੇਗਾ। ਬਸ ਤੁਸੀਂ ਉਸ ਪਰਮਾਤਮਾ ਤੇ ਵਿਸ਼ਵਾਸ ਕਰੋ ਤੇ ਥਾਂ ਥਾਂ ਤੇ ਜਾ ਕੇ ਮੱਥੇ ਨਾ ਰਗੜੋ। सो दोस्तों, इसी जन्म में ये 2 काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।